ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪ ਜੀ ਦਾ ਸਾਡੇ ਪੰਜਾਬੀ ਕਲਾਸਿਸ ਚੈਨਲ ਵਿੱਚ ਬਹੁਤ ਸਵਾਗਤ ਹੈ। ਅੱਜ ਅਸੀਂ 9th ਕਲਾਸ ਦੇ ਵੰਨਗੀ ਬੁੱਕ ਦਾ ਪਹਿਲਾ ਪਾਠ ਜਨਮ ਦਿਨ ਪੜ੍ਹਾਂਗੇ। ਇਹਦੇ ਵਿੱਚ ਅਸੀਂ ਪੂਰੇ ਪਾਠ ਨੂੰ ਨਹੀਂ ਪੜ੍ਹਾਂਗੇ, ਅਸੀਂ ਉਸਦੀ ਸ਼ਾਰਟ ਸਮਰੀ ਪੜ੍ਹਨਗੇ। ਇਹ ਲੇਖਕ ਸੁਰਿੰਦਰ ਸਿੰਘ ਉੱਪਲ ਦੀ ਹੈ ਅਤੇ ਪਾਠ ਇੱਕ ਹੈ ਜੋ CBSE और PSP ਦੋਨੋਂ ਵਿੱਚ ਆਉਣ ਵਾਲਾ ਹੈ ਅਤੇ ਅਸੀਂ ਇਹਦੀ ਸ਼ਾਰਟ ਸਮਰੀ ਵੇਖ ਰਹੇ ਹਾਂ। ਤਾਂ ਜਨਮ ਦਿਨ ਦਾ ਸੰਖੇਪ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਜਦੋਂ ਜੁਗਲ ਸ਼ਾਦ ਦੀ 5 ਰੁਪਏ ਤਨਖਾਹ ਵੱਧਦੀ ਹੈ ਤਾਂ ਉਸ ਨੇ ਆਪਣੇ ਛੋਟੇ ਪੁੱਤਰ ਜੋਤੀ ਨੂੰ ਅੰਗਰੇਜ਼ੀ ਪੜ੍ਹਾਉਣ ਅਤੇ ਨਵੀਆਂ ਵਿੱਦਿਅਕ ਵਿਉਂਤਾਂ ਅਨੁਸਾਰ ਚੱਲ ਰਹੇ ਸਕੂਲ ਵਿੱਚ ਦਾਖਲ ਕਰਾ ਦਿੱਤਾ, ਜਦ ਕਿ ਉਸਦੀ ਪਤਨੀ ਦੇਵਕੀ ਨੂੰ ਇੰਨੇ ਖਰਚੀਲੇ ਸਕੂਲ ਵਿੱਚ ਦਾਖਲ ਕਰਵਾਉਣ ਦੇ ਹੱਕ ਵਿੱਚ ਨਹੀਂ ਸੀ। ਜੋਤੀ ਸੋਹਣਾ ਹੋਣ ਦੇ ਨਾਲ ਇਮਤਿਹਾਨ ਵਿੱਚ ਹਰ ਗੱਲ ਵਿੱਚ ਸਾਰੇ ਜਮਾਤੀਆਂ ਤੋਂ ਅੱਗੇ ਸੀ, ਜਿਸ ਕਰਕੇ ਸਕੂਲ ਦੇ ਪ੍ਰਿੰਸੀਪਲ ਨੇ ਜੁਗਲ ਪ੍ਰਸਾਦ ਨੂੰ ਵਧਾਈ ਦਿੱਤੀ। ਇਸ ਨਾਲ ਜੁਗਲ ਪ੍ਰਸਾਦ ਦੇ ਉਸਦੀ ਪਤਨੀ ਫੁੱਲੇ ਨਹੀਂ ਸਮਾਉਂਦੇ। ਇੱਕ ਬੰਦਾ ਜੁਗਲ ਪ੍ਰਸਾਦ ਹੁੰਦਾ ਹੈ, ਉਸਦੀ 5 ਰੁਪਏ ਤਨਖਾਹ ਹੋਰ ਵੱਧਦੀ ਹੈ ਅਤੇ ਉਹ ਆਪਣੇ ਪੁੱਤਰ ਜੋਤੀ ਨੂੰ ਅੰਗਰੇਜ਼ੀ ਪੜ੍ਹਾਉਣ ਅਤੇ ਨਵੀਆਂ ਵਿੱਦਿਅਕ ਪੜ੍ਹਾਉਣ ਲਈ ਸਕੂਲ ਵਿੱਚ ਦਾਖਲਾ ਕਰਾ ਦਿੰਦਾ ਹੈ ਅਤੇ ਉਸਦੀ ਪਤਨੀ ਬਹੁਤ ਖੁਸ਼ ਹੁੰਦੀ ਹੈ ਕਿ ਉਸਦੇ ਪਤੀ ਦੀ 5 ਰੁਪਏ ਤਨਖਾਹ ਵੱਧਦੀ ਹੈ, ਪਰ ਉਹ ਇਹ ਵੀ ਸੋਚਦੀ ਹੈ ਕਿ ਇਹ ਤਾਂ ਖਰਚੀਲੇ ਸਕੂਲ ਵਿੱਚ ਦਾਖਲ ਕਰਵਾਉਣਾ ਚਾਹੁੰਦੇ ਹੈ ਅਤੇ ਜੋਤੀ ਪੜ੍ਹਾਈ ਵਿੱਚ ਬਹੁਤ ਚੰਗਾ ਸੀ ਅਤੇ ਉਹਦੇ ਪ੍ਰਿੰਸੀਪਲ ਨੇ ਜੁਗਲ ਪ੍ਰਸਾਦ ਨੂੰ ਬਹੁਤ ਵਧਾਈ ਦਿੱਤੀ ਕਿ ਤੁਹਾਡਾ ਲੜਕਾ ਬਹੁਤ ਹੁਸ਼ਿਆਰ ਹੈ ਪੜ੍ਹਾਈ ਵਿੱਚ। ਅਤੇ ਇਹ ਖੁਸ਼ ਸੁਣ ਕੇ ਦੋਨੋਂ ਪਤੀ ਪਤਨੀ ਇੰਨੇ ਖੁਸ਼ ਹੋਏ ਕਿ ਫੁੱਲੇ ਨਾ ਸਮਾ ਰਹੇ ਸੀਗੇ। ਅਤੇ ਇੱਕ ਦਿਨ ਜੋਤੀ ਪ੍ਰਿੰਸੀਪਲ ਦੇ ਚਿੱਠੀ ਲੈ ਕੇ ਘਰ ਆਇਆ। ਇਸ ਚਿੱਠੀ ਵਿੱਚ ਲਿਖਿਆ ਹੋਇਆ ਸੀ, ਐਤਵਾਰ ਨੂੰ ਸੂਬੇ ਦੇ ਮੰਤਰੀ ਸ਼੍ਰੀ ਜਵਾਲਾ ਪ੍ਰਸਾਦ ਦਾ ਜਨਮ ਦਿਨ ਹੈ। ਇੱਥੋਂ ਦੀ ਨਾਗਰਿਕ ਸਭਾ ਵੱਲੋਂ ਮਨਾਇਆ ਜਾ ਰਿਹਾ ਹੈ। ਇਸ ਸਮੇਂ ਮੰਤਰੀ ਜੀ ਸ਼ਹਿਰ ਦੇ 94 ਸਕੂਲਾਂ ਦੇ 2 ਲਾਇਕ ਵਿਦਿਆਰਥੀਆਂ ਨੂੰ ਮਿਲਣਾ ਪਸੰਦ ਕਰਨਗੇ। ਇਸ ਲਈ KG ਜਮਾਤ ਵਿੱਚੋਂ ਜੋਤੀ ਨੂੰ ਚੁਣਿਆ ਸੀ ਨੇ ਮੰਤਰੀ ਨੇ ਗਲ ਵਿੱਚ ਹਾਰ ਪਾਉਣਾ ਹੈ। ਇਹ ਖਬਰ ਪਾ ਕੇ ਪਤੀ ਪਤਨੀ ਬਹੁਤ ਖੁਸ਼ ਹੋਏ ਅਤੇ ਜੋ ਜੋਤੀ ਹੁੰਦਾ ਹੈ ਉਹ ਆਪਣੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਆਪਣੇ ਘਰ ਇੱਕ ਪੱਤਰ ਲੈ ਕੇ ਆਉਂਦਾ ਹੈ, ਜਿਸ ਪੱਤਰ ਵਿੱਚ ਐਤਵਾਰ ਨੂੰ ਮੰਤਰੀ ਸ਼੍ਰੀ ਜਵਾਲਾ ਪ੍ਰਸਾਦ ਦਾ ਜਨਮ ਦਿਨ ਹੁੰਦਾ ਹੈ ਅਤੇ ਇਸ ਸਮੇਂ ਜੋ ਮੰਤਰੀ ਹੁੰਦਾ ਹੈ ਉਹ ਬਹੁਤ ਅੱਛੇ ਸਕੂਲਾਂ ਦੇ 2 ਵਿਦਿਆਰਥੀਆਂ ਨੂੰ ਚੁਣਦੇ ਹਨ ਅਤੇ ਉਹੀ ਜੋਤੀ ਨੂੰ ਚੁਣਦੇ ਹਨ KG ਜਮਾਤ ਦੇ ਵਿਦਿਆਰਥੀ ਨੂੰ। ਤਾਂ ਇਹ ਖਬਰ ਸੁਣ ਕੇ ਪਤੀ ਪਤਨੀ ਦੋਨੋਂ ਬਹੁਤ ਜ਼ਿਆਦਾ ਖੁਸ਼ ਹੋਏ ਕਿ ਸਾਡਾ ਪੁੱਤਰ ਇੰਨਾ ਵੱਡਾ ਕੰਮ ਕਰਨ ਜਾ ਰਿਹਾ ਹੈ, ਉਹ ਮੰਤਰੀ ਦੇ ਗਲੇ ਵਿੱਚ ਹਾਰ ਪਾਉਣ ਵਾਲਾ ਹੈ। ਅਤੇ ਜੁਗਲ ਪ੍ਰਸਾਦ ਨੇ ਦੇਵਕੀ ਨੂੰ ਕਿਹਾ ਉਹਨਾਂ ਨੂੰ ਸਮਾਗਮ ਉੱਤੇ ਜਾਣ ਲਈ ਜੋਤੀ ਲਈ ਚਿੱਟੀ ਕਮੀਜ਼, ਚਿੱਟੀਆਂ ਜੁਰਾਬਾਂ ਅਤੇ ਸੁਨਹਿਰੀ ਹਾਰ ਲੈਣਾ ਪਵੇਗਾ। ਉਹ ਸੁਣ ਕੇ ਦੇਵੀ ਖੁਸ਼ੀ ਰਫੂਨ ਚੱਕਰ ਹੋ ਗਈ, ਕਿਉਂਕਿ ਮਹੀਨੇ ਦੇ 26 ਤਰੀਕ ਸੀ ਅਤੇ ਘਰ ਵਿੱਚ ਸਿਰਫ ਦਾਲ ਸਬਜ਼ੀ ਜੋਗ 10-12 ਆਨੇ ਹੀ ਸਨ, ਜਦੋਂ ਕਿ ਉਹਨਾਂ ਸਿਰੋਂ ਜੋਤੀ ਦੇ ਦਾਖਲੇ ਲਈ ਉਧਾਰ ਲਏ 40 ਰੁਪਏ ਕਰਜ਼ਾ ਅਤੇ ਤੱਕ ਨਹੀਂ ਉਤਰੇ। ਜੁਗਲ ਪ੍ਰਸਾਦ ਨੇ ਕਿਹਾ ਕਿ ਭਾਵੇਂ ਕੁਝ ਵੀ ਹੋਵੇ ਉਹ ਇਹਨਾਂ ਚੀਜ਼ਾਂ ਦਾ ਪ੍ਰਬੰਧ ਕਰਕੇ ਹੀ ਰਹੇਗਾ। ਉਹ ਆਪਣੀ ਗਰੀਬੀ ਨੂੰ ਕੋਸ ਰਿਹਾ ਸੀ ਅਤੇ ਅਨੁਭਵ ਕਰ ਰਿਹਾ ਸੀ। ਦੇਵਕੀ ਜਦੋਂ ਦੀ ਵਿਆਹੀ ਆਈ ਹੈ, ਵਿਚਾਰੀ ਤੰਗੀ ਤੁਰਸ਼ੀ ਅਤੇ ਖੜਾ ਵਿੱਚ ਖਿਸ ਰਹੀ ਹੈ। ਉਹ 150 ਰੁਪਏ 5 ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਸੀ ਅਤੇ ਜੁਗਲ ਪ੍ਰਸਾਦ ਦੀ ਪਤਨੀ ਦੇਵਿਕਾ, ਜਦ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਸਮਾਗਮ ਲਈ ਉਹਨੂੰ ਜੋਤੀ ਦੇ ਲਈ ਆਪਣੇ ਪੁੱਤਰ ਦੇ ਲਈ ਚਿੱਟੀ ਕਮੀਜ਼ ਲੈਣੀ ਪੈਣੀ ਹੈ
ਤੇ ਚਿੱਟੀਆਂ ਜੁਰਾਬਾਂ ਤੇ ਹੋਰ ਸਾਰੀਆਂ ਚੀਜ਼ਾਂ ਲੈਣੀ ਪਵੇਗੀ। ਤਾਂ ਜੋ ਦੇਵਕੀ ਹੁੰਦੀ ਹੈ ਉਹ ਬਹੁਤ ਸੋਚਣ ਲੱਗ ਪੈਂਦੀ ਹੈ ਕਿ ਮਹੀਨੇ ਦੀ 26 ਤਾਰੀਖ ਸੀ ਤੇ ਘਰ ਵਿੱਚ ਸਿਰਫ ਦਾਲ ਸਬਜ਼ੀ ਜੋਗੇ ਹੀ 10-12 ਆਨੇ ਸੀਗੇ ਤੇ ਉਹ ਅਬ ਜੋਤੀ ਲਈ ਕਮੀਜ਼ ਤੇ ਚਿੱਟੀਆਂ ਜੁਰਾਬਾਂ ਤੇ ਸੋਨਾ ਹਾਰ ਕਿੱਥੋਂ ਲਿਆਏ। ਤੇ ਜੁਗਲ ਪ੍ਰਸਾਦ ਕਿਹਾ ਭਾਵੇਂ ਕੁਛ ਨਹੀਂ ਹੋਵੇ, ਉਹ ਇਹਨਾਂ ਚੀਜ਼ਾਂ ਦਾ ਪ੍ਰਬੰਧ ਕਰਕੇ ਹੀ ਛੱਡੇਗਾ। ਤੇ ਉਹ ਆਪਣੀ ਗਰੀਬੀ ਨੂੰ ਕੋਸ ਰਿਹਾ ਸੀ ਕਿ ਮੈਂ ਤੁਹਾਡੇ ਲਈ ਕੁਛ ਨਹੀਂ ਕਰ ਪਾਇਆ। ਤੇ ਦੇਵਕੀ ਬਾਰੇ ਸੋਚਦਾ ਜਦੋਂ ਦੀ ਇਹ ਵਿਆਹੀ ਆਈ ਹੈ, ਮੈਂ ਇਸ ਨੂੰ ਸਿਰਫ ਕੁਛ ਨਹੀਂ ਦਿੱਤਾ ਗਰੀਬੀ ਦੇ ਇਲਾਵਾ। ਤੇ ਉਹ ਇਹ ਸੋਚਦਾ ਹੈ ਦੇਵਕੀ 150 ਰੁਪਏ ਵਿੱਚ 5 ਬੱਚਿਆਂ ਨੂੰ ਦਾ ਪਾਲਣ ਪੋਸ਼ਣ ਕਰਦੀ ਹੈ। ਤੇ ਇਹ ਸਾਰੀ ਗਲਤੀ ਮੇਰੀ ਹੈ ਜੋ ਹੁਣ ਅਸੀਂ ਗਰੀਬੀ ਦੇ ਹਾਲਾਤ ਵਿੱਚ ਹੈ। ਐਤਵਾਰ ਆਉਣ ਵਿੱਚ ਅਜੇ 2 ਦਿਨ ਸਨ। ਦੇਵਕੀ ਨੂੰ ਗੁੱਡੀ ਦੀ ਬੁਗਨੀ ਵਿੱਚੋਂ 7 ਆਨੇ ਤੇ ਜੋਤੀ ਦਾ ਬੁਗਨੀ ਵਿੱਚੋਂ 12 ਆਨੇ ਮਿਲੇ। ਜੁਗਲ ਪ੍ਰਸਾਦ ਨੂੰ ਬਹੁਤ ਹੱਥ ਪੈਰ ਮਾਰਨ ਮਗਰੋਂ ਇੱਕ ਮਿੱਤਰ ਕੱਲੇ 3 ਰੁਪਏ ਮਿਲੇ। ਦੇਵਕੀ ਕਹਿ ਰਹੀ ਸੀ ਕਿ ਇੱਕ ਵੱਟੀ ਹੋਈ ਚਿੱਟੀ ਚਾਦਰ ਵਿੱਚੋਂ ਉਹ ਗੁਆਂਢਣ ਦੀ ਮਸ਼ੀਨ ਉੱਤੇ ਕਮੀਜ਼ ਤਿਆਰ ਕਰ ਦੇਵੇਗੀ, ਪਰੰਤੂ ਚਿੱਟੀ ਨਿੱਕਰ ਬਾਜ਼ਾਰੋਂ ਕੱਪੜਾ ਲੈ ਕੇ ਦਰਜੀ ਤੋਂ ਸਵਾਉਣੀ ਪੈਣੀ ਹੈ। ਤੇ ਜੋ ਚਿੱਟੀ ਕਮੀਜ਼ ਹੁੰਦੀ ਹੈ ਉਹ ਤਾਂ ਜੁਗਲ ਪ੍ਰਸਾਦ ਦੀ ਪਤਨੀ ਆਪਣੇ ਆਪ ਹੀ ਸੀਲ ਲੈਂਦੀ ਹੈ, ਪਰ ਜੋ ਨਿੱਕਰ ਹੁੰਦੀ ਹੈ ਉਹ ਬਾਜ਼ਾਰੋਂ ਕੱਪੜਾ ਲੈਣ ਤੋਂ ਬਾਅਦ ਦਰਜੀ ਨੂੰ ਸਿਉਣੀ ਪੈਣੀ ਹੈ। ਤੇ ਜੁਗਲ ਪ੍ਰਸਾਦ ਦੇ ਬੱਚਿਆਂ ਦੀਆਂ ਬੁਗਨੀਆਂ ਵਿੱਚੋਂ ਨਿਕਲ ਪੈਸੇ ਲੈ ਕੇ ਜੋਤੀ ਨੂੰ ਆਪਣੇ ਨਾਲ ਲੈ ਗਿਆ। ਜੋਤੀ ਖੁਸ਼ ਸੀ ਕਿ ਉਸ ਲਈ ਨਵੇਂ ਬੂਟ, ਜੁਰਾਬਾਂ ਅਤੇ ਨਿੱਕਰ ਲਈ ਕੱਪੜਾ ਆਦਿ ਚੀਜ਼ਾਂ ਖਰੀਦੀਆਂ ਗਈਆਂ ਸਨ। ਜੁਗਲ ਪ੍ਰਸਾਦ ਨੇ ਘਰ ਆ ਕੇ ਬੂਟ, ਜੁਰਾਬਾਂ ਅਤੇ ਹਾਰ ਦੇਵਕੀ ਨੂੰ ਸੰਭਾਲਣ ਲਈ ਦੇ ਦਿੱਤੇ। ਉਸਨੇ ਦੱਸਿਆ ਕਿ ਰਾਹ ਵਿੱਚੋਂ ਲੰਘਦਿਆਂ ਉਹ ਅਖਬਾਰ ਦੇ ਦਫ਼ਤਰ ਵਿੱਚ ਉਸ ਫੋਟੋਗ੍ਰਾਫਰ ਨੂੰ ਮਿਲਿਆ ਹੈ ਜਿਸਨੇ ਉਸ ਸਮਾਗਮ ਉੱਤੇ ਜਾਣਾ ਹੈ ਤੇ ਉਹ ਉਸ ਨੂੰ ਕਹਿ ਆਇਆ ਕਿ ਉਹ ਮੰਤਰੀ ਜੀ ਨੂੰ ਹਾਰ ਪਾਉਂਦੇ ਜੋਤੀ ਦੀ ਫੋਟੋ ਜ਼ਰੂਰ ਖਿੱਚੇ। ਦੇਵਕੀ ਜੀ ਨੂੰ ਇਹ ਫਜ਼ੂਲ ਖਰਚੀ ਲੱਗੀ। ਸਵੇਰੇ ਮੁੰਡਿਆਂ ਕੁੜੀਆਂ ਦੇ ਸਕੂਲ ਜਾਣ ਮਗਰੋਂ ਦੇਵਕੀ ਨੇ ਇੱਕ ਪੁਰਾਣੀ ਚਿੱਟੀ ਚਾਦਰ ਕੱਢੀ ਤੇ ਕਾਫੀ ਮਗਜ਼ ਮੱਚੀ ਕਰ ਗੁਆਂਢਣ ਦੀ ਮਸ਼ੀਨ ਨਾਲ ਸ਼ਾਮ ਤੱਕ ਕਮੀਜ਼ ਤਿਆਰ ਕਰ ਲਈ। ਤੇ ਜੁਗਲ ਪ੍ਰਸਾਦ ਨੇ ਆਪਣੇ ਬੱਚਿਆਂ ਦੇ ਬੁਗਨੀਆਂ ਮਤਲਬ ਗੁੱਲਕ, ਉਹਨਾਂ ਦੀਆਂ ਗੁੱਲਕਾਂ ਤੋਂ ਜੋ ਵੀ ਪੈਸੇ ਉਸਨੂੰ ਮਿਲੇ ਉਹ ਆਪਣੇ ਨਾਲ ਲੈ ਗਿਆ। ਤੇ ਜੋਤੀ ਵੀ ਖੁਸ਼ ਹੋ ਗਿਆ ਕਿ ਉਸਦੇ ਲਈ ਨਵੇਂ ਬੂਟ, ਜੁਰਾਬਾਂ, ਨਿੱਕਰਾਂ ਆਉਣਗੀ। ਤੇ ਜੋ ਜੁਗਲ ਪ੍ਰਸਾਦ ਹੁੰਦਾ ਹੈ ਉਹ ਦਫ਼ਤਰ ਦੇ ਉਸ ਫੋਟੋਗ੍ਰਾਫਰ ਨੂੰ ਮਿਲਿਆ ਜਿਸ ਨੂੰ ਸਮਾਗਮ ਉੱਤੇ ਜਾਣਾ ਹੈ, ਜੋ ਜੋਤੀ ਦੀ ਹਾਰ ਪਾਉਣ ਦੀ ਫੋਟੋ ਖਿੱਚੇਗਾ। ਉਸ ਨੂੰ ਕਹਿ ਆਇਆ ਕਿ ਉਹ ਮੰਤਰੀ ਜੀ ਨੂੰ ਹਾਰ ਪਾਉਂਦੇ ਜੋਤੀ ਨੂੰ ਫੋਟੋ ਜ਼ਰੂਰ ਖਿੱਚੇ। ਤੇ ਦੇਵਕੀ ਨੂੰ ਇਹ ਫਜ਼ੂਲ ਖਰਚੀ ਲੱਗੀ। ਉਹ ਸਵੇਰੇ ਮੁੰਡਿਆਂ ਕੁੜੀਆਂ ਨੂੰ ਸਕੂਲ ਜਾਣ ਲਈ ਤਾਂ ਤਿਆਰ ਕਰ ਦਿੰਦੀ ਹੈ ਤੇ ਆਪਣੇ ਗੁਆਂਢਣ ਦੇ ਘਰ ਕਮੀਜ਼ ਸਿਲਣ ਲਈ ਚਲੀ ਜਾਂਦੀ ਹੈ। ਤੇ ਜੁਗਲ ਪ੍ਰਸਾਦ ਨੇ ਨਾਗਰਿਕ ਸਭਾ ਤੇ ਦਫ਼ਤਰ ਵਿੱਚ ਜਾ ਕੇ ਉਸ ਸਮਾਗਮ ਦਾ ਸੱਦਾ ਪੱਤਰ ਪ੍ਰਾਪਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ, ਕਿਉਂਕਿ ਸਮਾਗਮ ਵਿੱਚ ਵੱਡੇ ਅਫਸਰ ਤੋਂ ਅਮੀਰ ਲੋਕ ਹੀ ਜਾ ਰਹੇ ਸਨ। ਐਤਵਾਰ ਦਾ ਦਿਨ ਆਇਆ। ਜੋਤੀ ਨੂੰ ਤਿਆਰ ਕਰਕੇ ਸਕੂਲ ਭੇਜ ਦਿੱਤਾ ਗਿਆ। ਤਿਰਕਾਲਾ ਨੂੰ ਸਾਰਾ ਟੱਬਰ ਉਡੀਕ ਰਿਹਾ ਸੀ ਕਿ ਕਦ ਜੋਤੀ ਆਵੇ ਤੇ ਸਾਰੇ ਰੌਣਕ ਮੇਲ ਵਿੱਚ ਮਿਲ ਜਾਣ ਦਾ ਹਾਲ ਸੁਣਾਵੇ। ਜੁਗਲ ਪ੍ਰਸਾਦ ਆਪ ਕਈ ਵਾਰੀ ਸੜਕ ਉੱਤੇ ਜਾ ਕੇ ਉਸਦਾ ਰਾਹ ਦੇਖ ਚੁੱਕਾ ਸੀ। ਆਖਿਰ ਉਸਨੂੰ ਦੂਰੋਂ ਦੱਸਿਆ ਕਿ ਪ੍ਰਿੰਸੀਪਲ ਜੋਤੀ ਨੂੰ ਨਾਲ ਲੈ ਕੇ ਆ ਰਹੀ ਸੀ। ਨੇੜੇ ਆਉਣ ਤੇ ਜੁਗਲ ਪ੍ਰਸਾਦ ਨੇ ਵੇਖਿਆ ਕਿ ਜੋਤੀ डस्कोरे पढ़ रहा। डस्कोरे मतलब जो रोने से पहले हम करते, जैसे रोने से पहले बच्चे बहुत ज़्यादा इमोशनल हो जाते हैं, उसनों डकोसरे कहते हैं। ਪ੍ਰਿੰਸੀਪਲ ਨੂੰ ਉਸਨੂੰ ਦੱਸਿਆ ਕਿ ਉਸਦੇ ਪੁੱਤਰ ਨੂੰ ਮੰਤਰੀ ਜੀ ਹਾਰ ਪਾਉਣਗੇ, ਕਿਉਂਕਿ ਸੇਠ ਲਖਪਤ ਰਾਏ ਤੇ ਨੇ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਂ ਲਿਖਵਾ ਦਿੱਤਾ। ਉਸਨੇ ਦੱਸਿਆ ਕਿ
ਉਸਨੇ ਤਾਂ ਉਸ ਦੀ ਇੱਕ ਨਾ ਮੰਨੀ, ਪਰ ਉਸਨੂੰ ਉਹਨਾਂ ਨੇ ਚੇਅਰਮੈਨ ਤੋਂ ਇਹ ਕੰਮ ਕਰਵਾ ਲਿਆ। ਤੇ ਇਹ ਸੁਣ ਕੇ ਜੁਗਲ ਪ੍ਰਸਾਦ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਪੀ। ਉਸਨੂੰ ਬਹੁਤ ਘਬਰਾਹਟ ਹੋਈ। ਫਿਰ ਉਹ ਗੁੱਸੇ ਵਿੱਚ ਕੜਕਿਆ ਕਿ ਅੱਜ ਮੰਤਰੀ ਦਾ ਜਨਮ ਦਿਨ ਨਹੀਂ, ਮੇਰਾ ਜਨਮ ਦਿਨ ਹੈ। ਮੇਰੀ ਜ਼ਰੂਰਤ ਤੇ ਦਲੇਰੀ ਦਾ ਜਨਮ ਦਿਨ ਹੈ। ਮੈਂ ਵੇਖਾਂਗਾ ਕਿਵੇਂ ਕੋਈ ਗਰੀਬਾਂ ਦੀਆਂ ਸੱਧਰਾਂ ਤੇ ਉਮੰਗਾਂ ਨੂੰ ਲਿਤਾੜਨ ਦੀ ਜ਼ਰੂਰਤ ਕਰੇਗਾ। ਇਹ ਦੇਖ ਕੇ ਦੇਵਕੀ ਹੈਰਾਨ ਰਹਿ ਗਈ। ਤਾਂ ਇਸ ਪਾਠ ਵਿੱਚ ਜੋ ਜੋਤੀ ਨੂੰ ਸਮਾਗਮ ਲਈ ਬੁਲਾਇਆ ਜਾਂਦਾ ਹੈ ਤੇ ਉਹ ਦੂਜਿਆਂ ਮੰਤਰੀ ਦੇ ਪੁੱਤਰ ਦਾ ਨਾਮ ਲਿਖਵਾ ਦਿੱਤਾ ਗਿਆ ਸੀ। ਤਾਂ ਉਹ ਬਹੁਤ ਪਰੇਸ਼ਾਨ ਹੋਇਆ ਕਿਉਂਕਿ ਜੋ ਸੇਠ ਦਾ ਲੜਕਾ ਸੀ ਉਸਦਾ ਨਾਂ ਲਿਖਵਾ ਦਿੱਤਾ ਗਿਆ ਸੀ ਤੇ ਜੋਤੀ ਦਾ ਨਾਂ ਹਟਵਾ ਦਿੱਤਾ ਗਿਆ ਸੀ। ਤਾਂ ਇਹੀ ਗੱਲ ਸੁਣ ਕੇ ਜੁਗਲ ਪ੍ਰਸਾਦ ਬਹੁਤ ਦੁਖੀ ਹੋਇਆ ਤੇ ਉਸਦੇ ਪੈਰਾਂ ਵਿੱਚੋਂ ਜ਼ਮੀਨ ਵੀ ਖਿਸਕ ਗਈ। ਤੇ ਇਹ ਸਭ ਸਾਰੀਆਂ ਚੀਜ਼ਾਂ ਦੇਖ ਕੇ ਉਹ ਬਹੁਤ ਗੁੱਸਾ ਹੋਇਆ ਤੇ ਉਸਦੀ ਪਤਨੀ ਦੇਖ ਕੇ ਬਹੁਤ ਹੈਰਾਨ ਹੋਈ। ਤੇ ਇਹ ਦੀ ਸਾਡੀ 9th ਕਲਾਸ ਦੀ ਵੰਨਗੀ ਦੀ ਪਹਿਲੇ ਪਾਰਟ ਦੀ ਸਮਰੀ, ਸ਼ਾਰਟ ਸਮਰੀ। ਜੇਕਰ ਆਪ ਜੀ ਨੂੰ ਲਾਈਨ ਵਾਈਜ਼ ਲਾਈਨ ਐਕਸਪਲੇਨੇਸ਼ਨ ਦੀ ਵੀਡੀਓ ਚਾਹੀਦੀ ਹੈ ਤਾਂ ਮੈਨੂੰ ਕਮੈਂਟ ਜ਼ਰੂਰ ਕਰਨਾ। ਤੇ ਆਪ ਜੀ ਤੋਂ ਅੱਗੇ ਬੇਨਤੀ ਹੈ ਕਿ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਪਕੋ ਨੋਟੀਫਿਕੇਸ਼ਨ ਮਿਲ ਸਕਣ। ਤੇ ਲਾਈਕ ਕਰਨਾ, ਸ਼ੇਅਰ ਕਰਨਾ ਆਪਣੇ ਫਰੈਂਡ ਦੇ ਨਾਲ ਪੰਜਾਬੀ ਕਲਾਸਿਸ ਚੈਨਲ ਵਿੱਚ ਕਨਿਸ਼ਕਾ ਨੂੰ। ਤੇ ਥੈਂਕਸ ਫॉर ਵਾਚਿੰਗ। ਧੰਨਵਾਦ।